ਅੱਛਾ ਉਸਤਾਦ ਸਾਹਿਬ, ਚਾਰ ਖਿਲਤਾਂ ਦੇ ਵਿੱਚੋਂ ਇੱਕ ਖਿਲਤ ਸਫਰਾ ਵਾ। ਹਾਂਜੀ। ਸਫਰਾ ਦੀ ਪਹਿਲੇ ਤਾਂ ਖੂਬੀਆਂ ਉਹਨਾਂ ਦੀਆਂ ਦੱਸੋ ਕਿ ਉਹ ਸਫਰਾ ਕਰਦਾ ਕੀ ਆ। ਉਸ ਤੋਂ ਬਾਅਦ ਕਿਆ ਸਫਰਾ ਜਲ ਜਾਂਦਾ ਜਾਂ ਜਲਾਉਂਦਾ, ਇਹਦਾ ਮਤਲਬ ਜੋ ਜਿਹੜੇ ਜਿਹੜੇ ਕੰਮ ਆ ਨਾ ਉਹ ਜ਼ਰਾ ਥੋੜ੍ਹਾ ਜਿਹਾ ਵਜ਼ਾਹਤ ਨਾ ਕਰੋ। ਜਲਦੀ ਤਾਂ ਉਹੀ ਚੀਜ਼ ਹੈ ਨਾ ਜਿਹਦੇ ਵਿੱਚ ਤਫਨ ਪੈਦਾ ਹੋ ਜਾਏ, ਪਈ ਰਵੇ ਅੰਦਰ ਜੀ। तो कोई भी है, बलगम भी जल रही, सुधा भी जल रहा, खून भी जल रहा, तो सफरा भी जल रहा। यानी कि पई पई जैसे तफन पैदा हो जाए और जरासीम बन जाए। ये नहीं भी वो अग जिदा साड़ के सुहा बनाती, इदा नहीं बनता। यानी कि उस तरह नहीं सड़दा? नहीं, उदा नहीं सड़ता। ਜਦੋਂ ਵੀ ਕੋਈ ਜਿਸਮ ਦੇ ਅੰਦਰ ਖਿਲਤ ਖਰਾਬ ਹੋਏਗੀ ਉਹ ਤਫਨ ਨਾ ਹੋਏਗੀ। दूसरे नंबर सफरा ਜਿਹੜਾ ਹੈਗਾ ਨਾ ਜੀ ਜੀ, सिर्फ हरारत ही नहीं ਇਹਦੇ ਵਿੱਚ। सफरा ਦੀ सर्दी है, ਅੱਛਾ सफरा ਦੀ तरी है, सफरा ਦੀ खुशकी है। सफरा खिलत आ, खिलत का मैंने ਹੁੰਦਾ मिली हुई चीज़, ये मरकब है सफरा, मुफरद नहीं। खून भी मरकब है, सफरा भी मरकब है, सौदा भी मरकब है, ਤੁਹਾਡੀ गोभी भी मरकब है। गोभी ਤੁਸੀਂ ਮੁਹਾਤੀ ਆਂਦੇ ਜੇ ਨਾ, ਜੀ ਮੁਹਾਤੀ ਸਾਬੀ ਚਾਰੇ ਰਕਾਨ ਜਿਹੜੇ ਹੈਗੇ ਉਹਨਾਂ ਦੇ ਵਿੱਚੋਂ ਕਿਸੇ ਇੱਕ ਦੀ ਨਫੀ ਹੋ ਜਾਏ ਤਾਂ ਚੀਜ਼ ਜ਼ਿੰਦਾ ਨਹੀਂ ਰਹਿੰਦੀ, ਜ਼ਿੰਦਾ ਨਹੀਂ ਰਹਿ ਸਕਦੀ। ਗੋਭੀ ਦੇ ਵਿੱਚ ਚਾਰੇ ਖਿਲਤਾਂ ਮੌਜੂਦ ਆ, ਲੇਕਿਨ ਜ਼ਾਹਰੀ ਖਿਲਤਾਂ ਨੂੰ ਅਸੀਂ ਵੇਖਦੇ ਹਾਂ, ਬਾਤਨੀ ਨੂੰ ਨਹੀਂ ਵੇਖਦੇ। ਦੋ ਬਾਤਨ 'ਚ ਦੋ ਜ਼ਾਹਿਰ ਆ। ਸਰਦੀ ਟੱਡੀ ਜਿਹੜੀ ਹੈਗੀ ਉਹਦੀ ਜ਼ਾਹਿਰ ਆ, ਬਾਤਨ ਜਿਹੜਾ ਹੈਗਾ ਉਹ ਆਪਣਾ ਉਹਦੀ ਹੈਗੀ ਆ ਖੁਸ਼ਕੀ ਤੇ ਹਰਾਰਤ। ਸੁਫਰਾ ਉਸਤਾਦ ਜੀ ਜਿਸਮ ਦੇ ਵਿੱਚ ਕੰਮ ਕਿੱਦਾਂ ਕਰਦਾ, ਮਸਲਨ ਕੀ ਕਰਦਾ ਇਹ? ਸਫਰਾ ਦੇ ਨਾਲ ਤੁਹਾਡੀ ਬਰੂਨੀ ਤੇ ਅੰਦਰੂਨੀ ਜਲਦ ਬਣਦੀ ਆ ਜੀ। ਹਰ ਚੀਜ਼ ਜਿਹੜੀ ਹੈਗੀ ਉਹਦਾ ਬਰੂਨੀ ਹਿੱਸਾ ਤੇ ਅੰਦਰੂਨੀ ਹਿੱਸਾ ਇਹਦੇ ਤੋਂ ਤਿਆਰ ਹੁੰਦਾ ਜੀ। ਤੇ ਫੇਫੜੇ ਆ ਜਿਹਦੇ 'ਚ ਜ਼ਿਆਦਾ ਇਹਦਾ ਹਿੱਸਾ, ਗੁਰਦਿਆਂ 'ਚ ਜ਼ਿਆਦਾ, ਜਿਗਰ 'ਚ ਜ਼ਿਆਦਾ ਇਹਦਾ ਹਿੱਸਾ ਹੁੰਦਾ। ਯਾਨੀ ਕਿ ਐਪੀਥੀਲੀਅਲ ਟਿਸ਼ੂ ਜਿਹੜਾ ਹੈ ਨਾ ਤੁਹਾਡੀ ਕਸ਼ਰੀ ਬਾਫਤ, ਇਹ ਇਹਦੇ ਨਾਲ ਬਣਦੀ ਹੈ, ਇਹਦੇ 'ਚ ਮਿਕਦਾਰ ਇਹਦੀ ਜ਼ਿਆਦਾ ਹੁੰਦੀ ਹੈ ਜੀ। ਫਿਰ ਇਹ ਜਿਸਮ ਨੂੰ ਗਰਮ ਰੱਖਦਾ, ਖੂਨ ਨੂੰ ਗਰਮ ਰੱਖਦਾ ਤੇ ਪਤਲਾ ਕਰਦਾ, ਹਾਂਜੀ, ਜੰਮਣ ਨਹੀਂ ਦਿੰਦਾ। ਇਹ ਇਹਦੇ ਕੰਮ ਆ। ਹਰਾਰਤ ਨੂੰ ਤੁਹਾਡੇ ਨੂੰ ਕਾਇਮ ਰੱਖਦਾ। ਤੇ ਫਿਰ ਉਸਤਾਦ ਜੀ ਜਿਹੜੇ ਕਹਿ ਦਿੰਦੇ ਕਿ ਸਫਰਾ ਜਲ ਗਿਆ, ਹਾਂਜੀ, ਇਹ ਕਿੱਦਾਂ, ਇਹ ਆਪ ਵੀ ਜਲ ਸਕਦਾ? ਨਹੀਂ, ਉਹ ਤਫਨ ਉਹਦੇ 'ਚ ਪੈਦਾ ਹੋ ਗਿਆ। ਪੈਦੇ ਵਾਧੂ ਜਿਹੀ ਸੀ ਕੋਈ ਸ਼ੈ ਜ਼ਰੂਰਤ ਤੋਂ ਜ਼ਿਆਦਾ ਜਿਸਮ ਦੇ ਅੰਦਰ ਚਲੇ ਜਾਂਦੀ ਆ, ਜਾਂ ਤੁਸੀਂ ਆਪਣੇ ਕਿਸੇ ਕਮਰੇ 'ਚ ਜ਼ਰੂਰਤ ਤੋਂ ਜ਼ਿਆਦਾ ਕੋਈ ਚੀਜ਼ ਰੱਖ ਲੈਂਦੇ ਜੇ, ਕੀ ਹੋਵੇਗਾ? ਜਿੰਨੀ ਤੁਹਾਨੂੰ ਜ਼ਰੂਰਤ ਹੋ ਤੁਸੀਂ ਖਾ ਪੀ ਲਈ, ਬਾਕੀ ਪਈ ਆ ਜਿਹੜੀ ਉਹ ਬੁੱਸਣੀ ਸ਼ੁਰੂ ਹੋ ਜਾਣੀ, ਖਰਾਬ ਹੋਣੀ ਸ਼ੁਰੂ ਹੋ ਜਾਣੀ। ਇਸੇ ਤਰੀਕੇ ਨਾਲ ਜਦੋਂ ਸਫਰਾ ਦੀ ਮਿਕਦਾਰ ਜਿਸਮ ਦੇ 'ਚ ਵੱਧ ਜਾਂਦੀ ਹੈ ਤੇ ਉਹ ਜਿਹੜੇ ਅਜ਼ਾ ਨੇ ਸਫਰਾ ਨੂੰ ਲੈਣਾ ਸਿਰਫ ਉਸੇ ਨੇ ਲੈਣਾ ਜਿੰਨੀ ਜ਼ਰੂਰਤ ਉਹਨੇ ਲੈ ਲਿਆ, ਬਾਕੀ ਪਿਆ ਉਹਦੇ ਵਿੱਚ ਤਫਨ ਪੈਦਾ ਹੋ ਗਿਆ। ਤਫਨ ਤੋਂ ਬਾਅਦ ਉਹਦੇ 'ਚ ਵਾਇਰਸ ਬਣਦਾ, ਵਾਇਰਸ ਤੋਂ ਬਾਅਦ ਜਰਾਸੀਮ ਬਣਦੇ ਆ, ਜਰਾਸੀਮ ਇੱਦਾਂ ਬਣਦੇ ਆ, ਉਹ ਜਿਸਮ ਨੂੰ ਨੁਕਸਾਨ ਦੇਣਾ ਸ਼ੁਰੂ ਕਰ ਦਿੰਦਾ। ਉਹ ਇਹ ਕਿ ਸੜ ਕੇ ਸੁਆਹ ਨਹੀਂ ਕੋਈ ਵੀ ਸ਼ੈ ਹੋ ਜਾਏ। ਕਦੀ ਵੇਖਿਆ ਸੜਿਆ ਹੋਵੇ ਤਾਂ ਸੁਆਹ ਬਣਿਆ ਹੋਵੇ? ਪਿੱਛੇ ਜਿਹੜੀ ਕਹਿੰਦੇ ਨੇ ਪੱਥਰੀ ਬਣਦੀ, ਸਫਰਾਈ ਹਾਰਟ ਖੁਸ਼ਕ ਹੋ ਜਾਂਦਾ ਜੇ? ਨਹੀਂ, ਪਿੱਛੇ ਜਦੋਂ ਪੱਥਰੀ ਬਣਦੀ, ਜਦੋਂ ਸਫਰਾ ਮੈਂ ਤੁਹਾਨੂੰ ਦੱਸਿਆ ਹੈ ਕਿ ਮੁਰੱਕਬ ਆ, ਮੁਫਰਦ ਨਹੀਂ ਹੈਗਾ। ਚਾਰੇ ਖਿਲਤਾਂ ਦੇ ਪਾਈਆਂ ਜਾਂਦੀਆਂ। ਪਿੱਛੇ ਜੀ ਪੱਥਰੀ ਬਣਦੀ ਆ ਕੈਲਸ਼ੀਅਮ ਦੀ ਜਾਂ ਤੇਜ਼ਾਬੀ ਪੱਥਰੀ। ਉਹ ਕਿੱਦਾਂ ਬਣਦੀ ਆ ਕਿ ਜਦੋਂ ਤੁਸੀਂ ਜ਼ਿਆਦਾ ਮੁਖਾਤੀ ਚੀਜ਼ਾਂ ਖਾਣੀਆਂ, ਸਫਰਾ ਦੀ ਹਰਾਰਤ ਘਟ ਜਾਏਗੀ ਤੇ ਸੌਦਾ ਉੱਥੇ ਗਿਆ ਤੇ ਪੱਥਰੀ ਬਣੀ, ਸਫਰਾ ਦੇ ਨਾਲ ਮਿਲ ਕੇ ਸੌਦਾ ਵੀ ਹੁੰਦਾ। ਲੇਕਿਨ ਜਦੋਂ ਜਿਸਮ ਦੇ ਵਿੱਚ, ਬਾਕੀ ਜਿਸਮ ਦੇ ਵਿੱਚ ਸੌਦਾ ਦੀ ਮਿਕਦਾਰ ਜ਼ਿਆਦਾ, ਪਹਿਲਾਂ ਸੌਦਾਵੀ ਬਣ ਗਈ ਆ ਤੇ ਉਹ ਹਰ ਜਗ੍ਹਾ ਦੇ ਉੱਤੇ ਜਾਣਾ, ਉਹਦੀ ਪਿੱਤਲ ਦੀ ਮਿਕਦਾਰ ਜ਼ਿਆਦਾ ਹੋ ਜਾਂਦੀ ਹੈ। ਉਹਦਾ ਕੰਮ ਹੈ ਸਰਦੀ ਪੈਦਾ ਕਰਨਾ। ਸੌਦਾ ਇੱਕ ਗਾੜਾ ਤੇ ਲੇਸਦਾਰ ਮੁਆਦ ਹੈ, ਉਹਨੇ ਤੇ ਕੀ ਹੋਣਾ, ਉਹਨੇ ਸਰਦੀ ਦੀ ਵਜ੍ਹਾ ਨਾਲ ਜੰਮ ਜਾਣਾ। ਪੱਥਰ ਨਹੀਂ ਤੁਸੀਂ ਖਾਧਾ, ਉਹ ਮੁਆਦ, ਸੌਦਾਵੀ ਮੁਆਦ ਜਿਹੜਾ ਗਾੜਾ ਲੇਸਦਾਰ ਸੀ, ਉਹਨੂੰ ਜਦੋਂ ਨਾਲ ਥੋੜ੍ਹੀ ਜਿਹੀ ਖੁਸ਼ਕੀ ਮਿਲੀ, ਸਰਦੀ ਨਾਲ ਜੰਮਿਆ, ਖੁਸ਼ਕੀ ਨਾਲ ਸਖਤ ਹੋ ਗਿਆ, ਠੋਸ ਹੋ ਗਿਆ, ਪੱਥਰ ਦੀ ਸ਼ਕਲ ਸਟਾਰਟ ਕਰ ਗਿਆ। ਪਾਣੀ ਤੁਹਾਡਾ ਕਿੱਡੀ ਨਰਮ ਚੀਜ਼ ਆ, ਇਹਨੂੰ ਜੈਸੇ ਤੁਸੀਂ ਫਰਿੱਜ ਦੇ ਵਿੱਚ ਰੱਖਦੇ ਜੇ ਬਰਤਨ ਦੇ ਵਿੱਚ ਪਾ ਕੇ, ਤੇ ਕੀ ਹੁੰਦਾ, ਇਹ ਪੱਥਰ ਬਣ ਜਾਂਦਾ। ਪਾਣੀ ਇਹ ਪੱਥਰ ਬਣ ਜਾਂਦਾ। ਜਿਸ ਤਰੀਕੇ ਨਾਲ ਇਹ ਪੱਥਰ ਬਣ ਜਾਂਦਾ, ਇਹਨੂੰ ਪਾਣੀ
ਇਹਨੂੰ ਬਾਹਰ ਕੱਢੀਏ, ਫਰਿੱਜ ਦੇ ਵਿੱਚ ਬਾਹਰ ਕੱਢ ਕੇ ਰੱਖ ਦਈਏ, ਥੋੜੀ ਦੇਰ ਬਾਅਦ ਹਰਾਰਤ ਮਿਲਣਾ, ਹਵਾ ਮਿਲਣ ਦੇ ਨਾਲ ਕੀ ਹੋ ਪਿਘਲਣਾ ਸ਼ੁਰੂ ਹੋ ਜਾਂਦਾ। ਇਸੇ ਤਰੀਕੇ ਨਾਲ ਅਗਰ ਤੁਸੀਂ ਸਫਰਾਨ ਦੀ ਮਿਕਦਾਰ ਵਧਾਉਣੀ ਸ਼ੁਰੂ ਕਰ ਦਿਓ, ਸੌਦਾ ਦੀ ਘਟਾ ਦਿਓ, ਉਹ ਪਿਘਲ ਕੇ ਉਹੀ ਪੱਥਰ ਜਿਹੜਾ ਪਾਣੀ ਦੀ ਸ਼ਕਲ ਇਖਤਿਆਰ ਕਰਕੇ ਤੇ ਉਹ ਖਾਰਜ ਹੋ ਜਾਏਗਾ। ਡਾਕਟਰਾਂ ਦੇ ਵੀ ਇਹਨੂੰ ਪੱਥਰੀ ਜਿਹੜੀ ਹੈਗੀ ਹੈ ਨਿਕਲਣ ਨੂੰ ਰਾਹ ਕੋਈ ਨਹੀਂ। ਆਈ ਕਿਹੜੇ ਰਾਹ ਆ? ਉਹ ਰਾਹ ਹੈਗਾ ਜਿਹਦੀ ਉਹਦੇ ਵਿੱਚ ਆਣ ਕੇ ਪੱਥਰੀ ਤਾਂ ਖਾਧੀ ਤੋਂ ਜਾ ਪਈ ਨਹੀਂ, ਉੱਥੇ ਹੀ ਜੰਮੀ ਆ, ਹਰਾਰਤ ਦੀ ਕਮੀ ਆ ਗਈ ਤੇ ਜਿਸ ਵੇਲੇ ਹਰਾਰਤ ਤੁਸੀਂ ਪੂਰੀ ਕਰ ਦਿੱਤੀ ਉਹ ਪਿਘਲਣਾ ਸ਼ੁਰੂ ਹੋ ਜਾਏਗੀ, ਉਹ ਨਾਲ ਨਾਲ ਫੁਰ ਕੇ ਬਾਹਰ ਨਿਕਲਣਾ ਸ਼ੁਰੂ ਹੋ ਜਾਏ। ਉਸਤਾਦ ਜੀ ਸਫਰਾ ਦੇ ਨਾਲ ਇਹਦਾ ਮਤਲਬ ਆ ਕੋਈ ਪੱਥਰੀ ਜਾਂ ਗਿਲਟੀ ਜਾਂ ਰਸੌਲੀ ਨਹੀਂ ਬਣ ਸਕਦੀ? ਨਹੀਂ, ਸਫਰਾ ਦੀ ਜਦੋਂ ਮਿਕਦਾਰ ਹਰਾਰਤ ਜ਼ਿਆਦਾ ਹੋਵੇ ਤੇ ਕੋਈ ਸ਼ੈ ਜੰਮ ਨਹੀਂ ਸਕਦੀ। ਜੰਮਣੀ ਕਦੋਂ ਆ? ਜਦੋਂ ਸਰਦੀ ਬਚਾਉਣੀ, ਤੇ ਸਰਦੀ ਸੌਦਾ ਨੇ ਬਚਾਉਣੀ, ਸੌਦਾ ਹੀ ਸਰਦ ਆ। ਗਿਲਟੀਆਂ ਵੀ ਉੱਥੇ ਬਣਦੀਆਂ, ਬਜ਼ਾਰੇ ਖੁਦ ਸੌਦਾ ਦਾ ਜਿਹੜਾ ਮਾਦਾ ਹੈਗਾ ਉਹ ਗਾੜਾ ਤੇ ਲੇਸਦਾਰ ਆ ਜੀ, ਹੈ ਜੀ। ਜਦੋਂ ਮਜ਼ੀਦ ਸਰਦੀ ਆਈ ਤਾਂ ਚੱਲਣ ਦੇ ਕਾਬਲ ਨਹੀਂ ਰਹਿੰਦਾ, ਉਦੋਂ ਸਫਰਾ ਦੀ ਕਮੀ ਹੋ ਗਈ। ਠੀਕ ਹੈ। ਉਹ ਕਿਸੇ ਜਗ੍ਹਾ ਤੇ ਜੰਮਣਾ ਸ਼ੁਰੂ ਹੋ ਗਿਆ, ਰਸੌਲੀ ਬਣ ਗਈ, ਕਿਤੇ ਪੱਥਰੀ ਬਣ ਗਈ, ਕਿਤੇ ਗਦੂਦ ਬਣ ਗਈ, ਸਾਰਾ ਕੁਝ ਇੱਕੋ ਕੁਛ ਹੀ। ਮੌਕੇ ਇਹ ਵੀ ਇਸ ਤਰ੍ਹਾਂ ਹੀ, ਮੌਕੇ ਦੇ ਜ਼ਰਾ ਖੁਸ਼ਕੀ ਜ਼ਿਆਦਾ ਹੁੰਦੀ ਹੈ, ਰਸੌਲੀ ਦੇ ਵਿੱਚ ਖੁਸ਼ਕੀ ਜ਼ਿਆਦਾ ਨਹੀਂ ਹੁੰਦੀ, ਸਰਦੀ ਜ਼ਿਆਦਾ ਹੁੰਦੀ ਹੈ। ਜਿਸ ਵੇਲੇ ਖੁਸ਼ਕੀ ਜ਼ਿਆਦਾ ਹੋ ਜਾਏ ਰਸੌਲੀ ਦੇ ਵਿੱਚ ਤਾਂ ਕੈਂਸਰ। ਅੱਛਾ ਉਸਤਾਦ ਜੀ, ਅੱਗੇ ਸੁਣੀਦਾ ਸੀਗਾ ਆ ਜਿੰਨੇ ਵੀ ਮਸਲਨ ਉਹ ਆਪਣੇ ਦੂਸਰੇ ਨਜ਼ਰੀਏ ਵਾਲੇ ਆ, ਉਹ ਪਿੱਤੇ ਦੀ ਪੱਥਰੀ ਦੇ ਮੁਤਲਕ ਅਕਸਰ ਇਹੀ ਕਹਿੰਦੇ ਹੁੰਦੇ ਸੀ ਇਹ ਜੀ ਗੁੱਦੀ ਉਜ਼ਲਾਤੀ ਤਹਿਰੀਕ 'ਚ ਬਣਦੀ ਹੈ ਜੀ। ਨਹੀਂ, ਗੁੱਦੀ ਉਜ਼ਲਾਤੀ ਤਹਿਰੀਕ ਸਫਰਾਦ, ਜਿੱਥੇ ਸਫਰਾਦ ਦੀ ਮਿਕਦਾਰ ਜ਼ਿਆਦਾ ਹੋਵੇ ਹਾਂਜੀ, ਉੱਥੇ ਕਿੱਦਾਂ ਕੋਈ ਸ਼ੈ ਜੰਮ ਸਕਦੀ ਹੈ? ਹਰ ਸ਼ੈ ਪਿਘਲਦੀ ਹੈ, ਉਹਦਾ ਕੰਮ ਪਿਘਲਾਉਣਾ। ਉੱਥੇ ਕਿੱਦਾਂ ਪਿੱਤੇ ਦੀ ਪੱਥਰੀ ਸਫਰਾ ਤਾਂ ਫਿਰ ਦਿੰਦੇ ਉੱਥੇ ਕੀ ਹਰਾਰਤ ਹੀ ਦਿੰਦੇ, ਗੁੱਦੀ ਸਾਬੀ। ਹਾਂਜੀ, ਗੁੱਦੀ ਸਾਹਿਬ ਦਿੰਦੇ ਤਾਂ ਕੀ ਹਰਾਰਤ ਦਿੱਤੀ? ਹਾਂਜੀ, ਪਹਿਲੇ ਹਰਾਰਤ ਦੀ ਮਿਕਦਾਰ ਜ਼ਿਆਦਾ ਤਾਂ ਉੱਥੇ ਪੱਥਰੀ ਬਣ ਗਈ, ਤਾਂ ਮੁੜ ਕੇ ਪੱਥਰੀ ਨਿਕਲੀ ਕਿੱਦਾਂ? ਨਹੀਂ, ਸਫਰਾ ਦਾ ਤਾਂ ਕੰਮ ਹੈ ਤਹਿਲੀਲ ਪੈਦਾ ਕਰਨੀ, ਕਿਸੇ ਚੀਜ਼ ਨੂੰ ਪਿਘਲਾਉਣਾ ਜੀ। ਸੌਦਾ ਦਾ ਕੰਮ ਹੈ ਕਿਸੇ ਚੀਜ਼ ਨੂੰ ਮੁੰਝਵੇਂ ਤੇ ਕਰਨਾ। ਅਗਰ ਸਾਡੇ ਜਿਸਮ ਦੇ ਵਿੱਚ ਸੌਦਾ ਨਾ ਹੋਵੇ ਤਾਂ ਸਾਡਾ ਜਿਸਮ ਜਿਹੜਾ ਹੈਗਾ ਇੱਦਾਂ ਦਾ ਨਾ ਹੋਵੇ, ਉਹ ਪਿਘਲਿਆ ਪਾਣੀ ਦੀ ਤਰ੍ਹਾਂ ਹੋਵੇ। ਇਸ ਵਾਸਤੇ ਹਰ ਸ਼ੈ ਦੀ ਜ਼ਰੂਰਤ ਹੈ ਜਿਸਮ ਨੂੰ। ਮਿਕਦਾਰ ਜਦੋਂ ਕਿਸੇ ਚੀਜ਼ ਦੀ ਵਧਣੀ ਆ ਉਦੋਂ ਹੀ ਮਰਜ਼ ਬਣਨੀ। ਇਲਾਜ ਕਸ਼ਰੀ ਹੈ, ਸਾਬੀ ਕਸ਼ਰੀ ਤੇ ਕਸ਼ਰੀ ਉਜ਼ਲਾਤੀ ਵੀ ਕਰ ਸਕਦੇ ਹਾਂ। ਕਾਹਦਾ? ਇਹਦਾ ਹੀ ਸੁਧਾਰ ਜਿਹੜੀ ਹਾਂ ਕਰ ਸਕਦੇ ਹਾਂ। ਯਾਨੀ ਉਸਤਾਦ ਜੀ ਇਹਦਾ ਮਤਲਬ ਆ ਕਿ ਉਹਨਾਂ ਦੀ ਤਸ਼ਖੀਸ ਤਾਂ ਗਲਤ ਆ, ਲੇਕਿਨ ਇਲਾਜ ਤੁੱਕੇ ਨਾਲ ਸਹੀ ਹੋ ਜਾਂਦਾ ਹੈ ਨਾ? ਹਾਂਜੀ, ਇਲਾਜ ਤੁੱਕੇ ਨਾਲ ਉਹ ਸਹੀ। ਪਤਾ ਹੈ ਨਾ ਵੀ ਆਹ ਦਵਾਈ ਜਿਹੜੀ ਇਹ ਕੰਮ ਕਰਦੀ ਹੈ, ਲੇਕਿਨ ਇਹ ਪਤਾ ਤੇ ਲੈਣਾ ਚਾਹੀਦਾ ਵੀ ਇਹ ਕਿਉਂ ਕੰਮ ਕਰਦੀ ਹੈ। ਇਹ ਪੱਥਰੀ ਬਣਦੀ ਹੈ ਤੇ ਕਿਉਂ ਬਣਦੀ ਹੈ? ਉਹਨੂੰ ਮੈਂ ਆਖਿਆ ਵੀ ਸੋਜਾਂ ਪਈਆਂ, ਤਹਿਲੀਲ ਹੋ ਰਹੀ ਆ, ਜਦੋਂ ਸਾਰੇ ਤੇ ਸੋਜਾਂ ਆ ਗਈਆਂ ਤੇ ਉਹਨੂੰ ਕਸ਼ਰੀ ਸਾਬੀ ਦੀ ਬਜਾਏ ਸਾਬੀ ਕਸ਼ਰੀ ਵੀ ਨਹੀਂ ਦੇਣੀ, ਸਾਬੀ ਮੁਖਾਤੀ ਵੀ ਨਹੀਂ ਦੇਣੀ। ਉਹਨੂੰ ਮੁਖਾਤੀ ਸਾਬੀ, ਮੁਖਾਤੀ ਜ਼ਲਾਤੀ ਤੇ ਜ਼ਲਾਤੀ ਮੁਖਾਤੀ ਇੱਥੇ ਰੱਖਣਾ। ਸਾਬੀ ਮੁਖਾਤੀ, ਮੁਖਾਤੀ ਸਾਬੀ, ਮੁਖਾਤੀ ਜ਼ਲਾਤੀ, ਜ਼ਲਾਤੀ ਮੁਖਾਤੀ, ਇਹ ਚਾਰੇ ਜਿਹੜੇ ਹੈਗੇ ਇੱਕੋ ਵਾਰ ਬਿਸ਼ੱਕ ਦੀ ਦਿਓ ਦੋਨੋਂ, ਤੇ ਦੇਣੀਆਂ ਵੀ ਇੱਦਾਂ ਹੀ ਚਾਹੀਦੀਆਂ। ਇਕੱਲੀ ਇਕੱਲੀ ਦਿਓਗੇ ਤਾਂ ਮਰੀਜ਼ ਦੇ ਮਰਨ ਦਾ ਖਤਰਾ ਹੁੰਦਾ। ਪਹਿਲੇ ਤਾਂ ਤਹਿਲੀਲ ਹੋਇਆ, ਜਿਸਮ ਦਾ ਗੋਸ਼ਤ ਜਿਹੜਾ ਹੈਗਾ ਉਹ ਫੁੱਲ ਗਿਆ, ਸੁੱਜ ਗਿਆ, ਬਿਲਬਲਾ ਹੋ ਗਿਆ, ਤੇ ਗੋਸ਼ਤ ਕੀ ਦਿਲ ਕੀ ਹੈ? ਉਹ ਵੀ ਗੋਸ਼ਤ ਆ। ਇਹਦਾ ਮਤਲਬ ਉਹ ਵੀ ਬਿਲਬਲਾ ਫੁੱਲ ਗਿਆ। ਤੇ ਜੇ ਫਿਰ ਸਾਬੀ ਤਹਿਰੀਕ ਕਰਨੀ ਆ ਤਾਂ ਉਹਦੇ ਵਿੱਚ ਮਜ਼ੀਦ ਨਰਮੀ ਆ ਜਾਣੀ ਆ ਨਾ, ਦਿਲ ਕੰਮ ਕਰਨੋਂ ਹਟ ਜਾਊਗਾ, ਬੰਦਾ ਮਰ ਜਾਊਗਾ। ਨਹੀਂ, ਉੱਥੇ ਫਿਰ ਜਿਹੜਾ ਹੈਗਾ ਨਾ ਇਲਾਜ ਬਿਲ ਜਜ਼ਬ ਕਰਵਾਉਣਾ, ਯਾਨੀ ਕਿ ਉਹ ਤਹਿਲੀਲ ਹੋ ਰਹੀ ਆ, ਤਹਿਲੀਲ ਨੂੰ ਰੋਕਣਾ, ਤਹਿਲੀਲ ਨੂੰ ਰੋਕਣਾ। ਔਰ ਜਿਹੜੀ ਚੀਜ਼ ਤਹਿਲੀਲ ਹੋਈ ਹੈ ਉਹਨੂੰ ਪੂਰਾ ਕਰਨਾ। ਪੂਰਾ ਕਿੰਨਾ ਕਰਨਾ? ਔਲਾਦ ਤਹਿਲੀਲ ਹੋ ਰਿਹਾ ਹੈ ਤੇ ਔਲਾਦ ਨੂੰ ਹਰਕਤ ਦਿਓਗੇ ਤਾਂ ਉਹਦਾ ਮੁਆਦ ਅੰਦਰ ਜਾਏਗਾ ਤਾਂ ਉਹ ਪੂਰਾ ਕਰਨਗੇ ਨਾ। ਯਾਨੀ ਕਿ ਵੇਖਣਾ ਇਹ ਆ ਵੀ ਮਰਜ਼ ਇੱਥੇ ਹੋਣ ਕੀ ਰਿਹਾ। ਸਫਰਾ ਵੱਧ ਜਾਏ ਤਾਂ ਉਹਨੇ ਤਹਿਲੀਲ ਪੈਦਾ ਕਰਨੀ, ਉਹਦਾ ਕੰਮ ਹੀ ਤਹਿਲੀਲ ਪੈਦਾ ਕਰਨਾ, ਪਿਘਲਾਉਣਾ ਕਿਸੇ ਸ਼ੈ ਨੂੰ। ਉਹ ਗੋਸ਼ਤ ਨੂੰ ਵੀ ਪਿਘਲਾ ਦਿੰਦਾ, ਤੁਹਾਡੇ ਦਿਮਾਗ ਨੂੰ ਵੀ ਪਿਘਲਾ ਦਿੰਦਾ, ਪੂਰੇ ਜਿਸਮ ਨੂੰ ਪਿਘਲਾ ਕੇ ਰੱਖ ਦਿੰਦਾ। ਤੇ ਵੇਖੋ ਤਾਂ ਸਹੀ ਵੀ ਹੁਣ ਪਿਘਲ ਗਿਆ, ਉਹ ਪਿਘਲਿਆ ਕੀ ਆ? ਔਲਾਦ ਪਿਘਲ ਗਿਆ। ਮਰਜ਼ ਕਿੱਥੇ? ਔਲਾਦ ਦੇ ਵਿੱਚ, ਹੋਰ ਕਿਤੇ ਮਰਜ਼ ਨਹੀਂ, ਇਸੇ ਟਿਸ਼ੂ ਦੇ। ਅੱਛਾ, ਤੇ ਤੁਸੀਂ ਇਹਦੀ ਤਾਕਤ ਦੀ ਦਵਾਈ ਦੇਣ ਦੀ ਬਜਾਏ ਇਹਦੇ 'ਚ ਹੋਰ ਪਾਣੀ ਪਾ ਦਿਓ, ਉਦੋਂ ਖਤਮ ਹੋ ਜਾਏਗਾ। ਤਾਕਤ ਦਿਓ ਹੁਣ ਔਲਾਦ ਨੂੰ, ਜਿਹੜੇ ਪਿਘਲ ਗਿਆ
ਤੇ ਤਾਕਤ ਉਹ ਦਿਓ ਜਿਹਦਾ ਤਾਲੁਕ ਸਰਦੀ ਨਾਲ ਹੋਵੇ, ਗਰਮੀ ਨਾਲ ਨਾ ਹੋਵੇ। ਗਰਮੀ ਨਾ ਹੋਵੇ ਤਾਂ ਉਹ ਮੱਚਣਾ। ਅੱਗੇ ਅੱਗ ਬਣ ਲਈ, ਉੱਤੇ ਸੁੱਕੀਆਂ ਲੱਕੜਾਂ ਜਾਂ ਤੇਲ ਸੁੱਟੋਗੇ ਹੋਰ ਮੱਚੇਗਾ। ਉਹਦੇ ਉੱਤੇ ਪਾਣੀ ਸੁੱਟੋਗੇ, ਉਹਦੇ ਤੇ ਮਿੱਟੀ ਸੁੱਟੋਗੇ, ਗੀਲੀਆਂ ਲੱਕੜਾਂ ਸੁੱਟੋਗੇ ਤਾਂ ਬੁੱਝ ਜਾਏਗੀ ਅੱਗ।